ਜੀ ਬਿਲਕੁਲ ਇਹ ਕਹਿੰਦੇ ਗਰਿਮਾ ਨਹੀਂ ਰੱਖਦੇ ਮਾਨ ਸਾਹਿਬ। ਹਾਂ, ਇਹਨਾਂ ਦੇ ਹਿਸਾਬ ਨਾਲ ਗਰਿਮਾ ਹੁੰਦੀ ਹੈ ਜਦੋਂ ਹੈਲੀਕਾਪਟਰ 'ਚ ਬੰਦਾ ਉੱਤੋਂ ਲੰਘ ਜਾਂਦਾ। ਉਹ ਵਿਚਾਰੇ ਸਾਰੇ ਪੰਜਾਬ 'ਚ ਫਿਰੇ ਨੇ ਨੰਗੇ ਪੈਰੀ। ਚਲੋ ਕੋਈ ਗੱਲ ਨਹੀਂ, ਸਾਡੀ ਗਰਿਮਾ ਹੋਰ ਹੈ ਜੀ, ਪਹਿਲੀ ਗੱਲ। ਦੂਜੀ ਗੱਲ, ਮੈਂ ਜਿਹੜੀ ਗੱਲ ਸੈਸ਼ਨ ਦੀ ਕਰ ਰਿਹਾ, ਸਾਨੂੰ ਨਾ 9ਵੀਂ 'ਚ 8ਵੀਂ 9ਵੀਂ ਸਿਵਿਕਸ ਪੜ੍ਹਾਈ ਜਾਂਦੀ ਸੀ। ਉਹਦੇ 'ਚ ਇਹ ਦੱਸਿਆ ਜਾਂਦਾ ਸੀ ਕਿ ਦੇਸ਼ ਇੱਕ ਫੈਡਰਲ ਕੰਟਰੀ ਹੈ, ਪ੍ਰੈਜ਼ੀਡੈਂਟ ਜਾਂ ਗਵਰਨਰ ਰੂਲ ਕਰਦੇ ਨੇ ਸੀਐਮ ਜਾਂ ਪ੍ਰਾਈਮ ਮਿਨਿਸਟਰ ਦੇ ਪਲੇਜ਼ਰ ਤੇ। ਐਂਡ ਜਦੋਂ ਕੈਬਨਿਟ ਕੋਈ ਰੂਲ ਭੇਜ ਦਿੰਦਾ ਤਾਂ ਇੱਕ ਵਾਰੀ ਵਾਪਸ ਭੇਜ ਸਕਦੇ ਆ ਕੁਝ ਦਿਨਾਂ ਲਈ। ਉਦੋਂ ਬਾਅਦ ਮਾੜਾ ਮੋਟਾ ਅੜਚਨ ਪਾਉਣ ਦਾ ਕੋਈ ਤਰੀਕਾ ਕਿ ਪ੍ਰੈਜ਼ੀਡੈਂਟ ਨੂੰ ਭੇਜ ਦਈਏ, ਫਲਾਣਾ ਕਰ ਲਈਏ, ਦੇ ਕੈਨ ਸਿਟ ਓਵਰ ਇਟ। ਬਟ ਇਲੈਕਟਿਡ ਲੋਕਾਂ ਦੀ ਮਰਜ਼ੀ ਚੱਲਦੀ ਹੈ, ਪਹਿਲੀ ਗੱਲ। ਦੂਜੀ ਗੱਲ, ਪੰਜਾਬ 'ਚ ਮੈਂ ਅਨੇਕਾਂ ਮੌਕੇ ਇਹੋ ਜਿਹੇ ਗਿਣਾ ਦਿੰਦਾ ਜਦੋਂ ਚੁਣੀਆਂ ਹੋਈਆਂ ਸਰਕਾਰਾਂ, ਬਰਨਾਲਾ ਸਰਕਾਰ, ਬਾਦਲ ਸਰਕਾਰ, ਕੈਪਟਨ ਸਰਕਾਰ, ਬਿਆਨ ਸਿੰਘ ਸਰਕਾਰ, ਚੁਣੀਆਂ ਹੋਈਆਂ ਸਰਕਾਰਾਂ ਨੇ ਇਹੋ ਜਿਹੇ ਸੈਸ਼ਨ ਬੁਲਾਏ ਨੇ, ਗਵਰਨਰਸ ਨੇ ਬਾਅਦ ਚੋਂ ਅਸੈਂਟ ਦਿੱਤਾ ਐਂਡ ਕੋਈ ਰੌਲਾ ਨਹੀਂ ਹੋਇਆ। ਹੁਣ ਜਿਹੜੇ ਆਪਣੇ ਗਵਰਨਰ ਸਾਹਿਬ ਨੇ, ਬੀਜੇਪੀ ਚਲਾਉਂਦੀ ਹੈ ਜੀ ਡਬਲ ਇੰਜਨ। ਡਬਲ ਇੰਜਨ ਜਦੋਂ ਗਵਰਨਰ ਸਾਹਿਬ, ਤੁਹਾਨੂੰ ਮਨੀਪੁਰ ਦੇ ਗਵਰਨਰ ਦਾ ਨਾਮ ਪਤਾ? ਮੈਨੂੰ ਤਾਂ ਪਤਾ ਨਹੀਂ। ਜਿੱਥੇ ਬਟਵਾਰਾ ਹੋ ਗਿਆ, ਜਿੱਥੇ ਲੋਕਾਂ 'ਚ ਵੰਡੀਆਂ ਪੈ ਗਈਆਂ, ਜਿਵੇਂ 47 'ਚ ਹੋਇਆ ਸੀ। ਕੱਲ ਬੀਜੇਪੀ ਦੇ ਪ੍ਰਵਕਤਾ ਆਏ, ਕਹਿੰਦੇ ਅਫਸੋਸ ਸਾਨੂੰ ਹੋਇਆ ਮਨੀਪੁਰ 'ਚ ਬਟਵਾਰਾ ਹੋਇਆ। ਮੈਂ ਕਿਹਾ ਜੀ ਜਿਨ੍ਹਾਂ ਨੂੰ ਵੀ ਅਫਸੋਸ ਹੀ ਹੋਇਆ ਸੀ, ਬਾਅਦ 'ਚ ਜਦੋਂ ਪਾਕਿਸਤਾਨ ਬਣ ਗਿਆ ਸੀ, ਮੈਂ ਕਿਹਾ ਬਟਵਾਰਾ ਹੋ ਗਿਆ, ਉੱਥੇ ਗਵਰਨਰ ਸਾਹਿਬ ਦਾ ਨਾਮ ਨਹੀਂ ਆਇਆ, ਉੱਥੇ ਪ੍ਰੈਜ਼ੀਡੈਂਟ ਰੂਲ ਦਾ ਨਾਮ ਨਹੀਂ ਆਇਆ, ਉੱਥੇ ਗਵਰਨਰ ਕੁਛ ਨਹੀਂ ਕਹਿੰਦਾ, ਉੱਥੇ ਡਬਲ ਇੰਜਨ ਹੈ। ਮੋਦੀ ਜੀ ਨੇ ਤਾਂ ਬਰਿੰਦਰ ਸਿੰਘ ਹੈ। ਚਲੋ ਹੁਣ ਅਸੀਂ ਗਵਰਨਰ ਸਾਹਿਬ ਦੀ ਗੱਲ ਕਰੀਏ। ਗਵਰਨਰ ਸਾਹਿਬ ਜਦ ਦੇ ਪੰਜਾਬ 'ਚ ਆਏ ਨੇ, ਪੰਜਾਬ ਦਾ ਪੱਖ ਪੂਰਨਾ ਚਾਹੀਦਾ ਨਾ। ਪੰਜਾਬ ਦਾ ਨਮਕ ਖਾ ਰਹੇ ਹੋ ਤੁਸੀਂ, ਪੰਜਾਬ ਦਾ ਪਾਣੀ ਪੀ ਰਹੇ ਹੋ, ਘੱਟੋ ਘੱਟ ਨਮਕ ਦਾ ਹੱਕ ਤਾਂ ਦੇਖੋ। ਨਿੱਕਰਾਂ ਵਾਲਿਆਂ ਨੂੰ ਇਹ ਤਾਂ ਸਿਖਾਇਆ ਜਾਂਦਾ ਕਿ ਜਿਸਕਾ ਨਮਕ ਖਾਤੇ ਹੋ ਉਸਕਾ ਹੱਕ ਤਾਂ ਪੂਰਾ ਕਰੋ। ਤੇ ਹੁਣ ਨਿੱਕਰਾਂ ਵਾਲੇ ਜੇ ਇਹ ਭੁੱਲ ਗਏ ਕਿ ਪੰਜਾਬ ਦਾ ਨਮਕ ਖਾ ਕੇ ਤੁਸੀਂ ਹਰ ਥਾਂ ਤੇ ਪੰਜਾਬ ਦੀ ਚੁਣੀ ਹੋਈ ਗਵਰਨਮੈਂਟ ਦੇ ਨਾਲ ਰਿੱਕੇ ਲਾਉਂਗੇ। ਤੁਸੀਂ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਨੂੰ ਤੁਸੀਂ ਗਲਤ ਕਹੋਗੇ। ਜੇ ਅਸੀਂ ਕਹਿੰਦੇ ਆ, ਉਹ ਕਹਿੰਦੇ ਇੱਕ ਪਰਿਵਾਰ ਸੇ ਜਨਤਾ ਹੈ। ਮੋਦੀ ਜੀ ਤਾਂ ਕਹਿੰਦੇ ਆ ਕਿ ਪਰਿਵਾਰ ਕੀ ਰਾਜਨੀਤੀ ਕੇ ਹਮ ਖਿਲਾਫ ਹੈ। ਪਰਿਵਾਰ ਵਾ ਇਹ ਗੱਲ ਹੋ ਰਿਹਾ ਕਿ ਚਿਰਾਗ ਪਾਸਵਾਨ ਤੇ ਅਨੁਪ੍ਰਿਆ ਪਟੇਲ ਜਿਹਦੇ ਬੰਦੇ ਕੁਛ ਹੈ। ਗਰੇਵਾਲ ਸਾਹਿਬ ਜੀ ਟੈਕਨੀਕਲੀ ਤੁਸੀਂ ਉਸ ਨੂੰ ਥੋੜਾ ਜਿਹਾ ਸਮਝਾ ਸਕਦੇ ਹੋ। ਟੈਕਨੀਕਲੀ ਬਰਾੜ ਸਾਹਿਬ 9ਵੀਂ ਦਾ ਸਿਵਿਕਸ ਦਾ ਚੈਪਟਰ ਸੀਗਾ, 9ਵੀਂ ਦਾ ਸਿਵਿਕ ਚੈਪਟਰ ਸੀਗਾ ਬਿਟਵੀਨ ਫੈਡਰਲ ਐਂਡ ਸਟੇਟ ਸਟਰਕਚਰ। ਉਹਦੇ 'ਚ ਇਹ ਕਿਹਾ ਗਿਆ ਕਿ ਜੋ ਵੀ ਗਵਰਨਮੈਂਟ ਕੋਈ ਚੁਣ ਕੇ ਭੇਜਦੀ ਹੈ, ਗਵਰਨਰ ਜਾਂ ਪ੍ਰੈਜ਼ੀਡੈਂਟ ਨੂੰ ਇੱਕ ਮੌਕਾ ਹੁੰਦਾ ਸਟੇਟ ਗਵਰਨਮੈਂਟ ਨੂੰ ਇਹ ਕਹਿਣ ਦਾ ਕਿ ਤੁਸੀਂ ਦੁਬਾਰਾ ਵਿਚਾਰ ਲਓ। ਜੇ ਸਟੇਟ ਗਵਰਨਮੈਂਟ ਦੁਬਾਰਾ ਭੇਜ ਦੇਵੇ ਤੇ ਨਾ ਗਵਰਨਰ ਨਾ ਪ੍ਰੈਜ਼ੀਡੈਂਟ, ਕਿਉਂਕਿ ਇਹ ਸਿੰਬੋਲਿਕ ਨੇ, ਇਹ ਸਿਰਫ ਕੁਰਸੀਆਂ ਤੇ ਬਿਠਾਉਣ ਨੂੰ ਲਾਇਕ ਨੇ। ਆਪਾਂ ਨੂੰ ਚਲੋ ਅਸੀਂ ਦੇਖੋ, ਮੈਂ ਤੁਹਾਨੂੰ, ਚਲੋ ਤੁਸੀਂ ਮੇਰੀ ਨੌਲੇਜ 'ਚ ਵਾਧਾ ਕਰ ਦਿਓ। ਮੈਂ ਇੱਕ ਜਰਨਲਿਸਟ ਦੇ ਤੌਰ ਤੇ ਜਿੰਨਾ ਕੁ ਚਿਰ ਵਿਧਾਨ ਸਭਾ ਕਵਰ ਕੀਤੀ ਹੈ, ਅਸੀਂ ਇਹ ਜਾਣਦੇ ਹਾਂ ਵੀ ਜਦੋਂ ਸੈਸ਼ਨ ਬੁਲਾਇਆ ਜਾਂਦਾ ਉਦੋਂ ਗਵਰਨਰ ਸਾਹਿਬ ਦੀ ਪਰਮਿਸ਼ਨ ਜ਼ਰੂਰੀ ਹੁੰਦੀ ਹੈ। ਇਸ ਕੇਸ ਦੇ ਵਿੱਚ ਜਿੰਨਾ ਕੁ ਮੇਰੀ ਸਮਝ ਪਿਆ, ਹੋ ਸਕਦਾ ਮੇਰੀ ਸਮਝ 'ਚ ਕੋਈ ਕਮੀ ਹੋਵੇ, ਕਿ ਜਿਹੜਾ ਸੈਸ਼ਨ ਬੁਲਾਇਆ ਗਿਆ, ਬਜਟ ਸੈਸ਼ਨ ਪਿਛਲੇ ਸਮੇਂ ਤੋਂ ਚੱਲਿਆ ਆ ਰਿਹਾ ਸੀ, ਉਸ ਸੈਸ਼ਨ ਨੂੰ ਜਿਹੜਾ ਇੱਕ ਵਰਡ ਹੁੰਦਾ, ਸੀਐਮ ਸਾਹਿਬ ਨੇ ਵੀ ਬੋਲਿਆ, ਪ੍ਰੋਰੋਗਡ, ਉਸ ਨੂੰ ਉਠਾਇਆ ਨਹੀਂ ਗਿਆ, ਹੈ ਨਾ, ਉਸ ਨੂੰ ਉਠਾਇਆ ਨਹੀਂ। ਉਹ ਚੱਲ ਰਿਹਾ ਸੈਸ਼ਨ ਔਰ ਉਸੇ ਦੇ ਤਹਿਤ ਹੀ ਅਗਲਾ ਸੈਸ਼ਨ ਬੁਲਾ ਲਿਆ ਗਿਆ ਜਿਹੜਾ ਸਪੈਸ਼ਲ ਸੈਸ਼ਨ ਸੀ। ਕੀ ਇਹ ਸਹੀ ਹੈ? ਨਹੀਂ, ਮਰਜ਼ੀ ਜ਼ਰੂਰੀ ਨਹੀਂ ਹੁੰਦੀ। ਗਵਰਨਰ ਸਾਹਿਬ ਨੂੰ ਇਨਫੋਰਮ ਕਰਨਾ ਜ਼ਰੂਰੀ ਹੁੰਦਾ ਹੈ। ਚਲੋ ਜਦੋਂ ਪਾਣੀ ਦਾ, ਜਦੋਂ ਕੈਪਟਨ, ਹਾਂਜੀ ਇਨਫੋਰਮ ਅਸੀਂ ਕੀਤਾ। ਜਦੋਂ ਕੈਪਟਨ ਸਾਹਿਬ ਪਾਣੀ ਦੇ ਰਖਵਾਲੇ ਬਣੇ ਸੀ ਉਦੋਂ ਵੀ ਇਹਨਾਂ ਨੇ ਇਨਫੋਰਮ ਕੀਤਾ ਸੀ। ਜਦੋਂ ਆਨੰਦਪੁਰ ਸਾਹਿਬ ਮਤਾ ਪਾ ਕੇ ਅਕਾਲੀ ਵਾਪਸ ਆਏ ਸੀ ਉਦੋਂ ਵੀ ਗਵਰਨਰ ਨੂੰ ਇਨਫੋਰਮ ਕੀਤਾ। ਗਵਰਨਰ ਤਾਂ ਦਿੱਲੀ ਦਾ ਨੁਮਾਇੰਦਾ ਜੀ, ਦਿੱਲੀ ਨਾਲ ਤਾਂ ਸਾਡਾ ਹਮੇਸ਼ਾ ਤੋਂ 36 ਦਾ ਆਂਕੜਾ ਰਿਹਾ। ਇਨਫੋਰਮ ਕਰਨਾ ਜ਼ਰੂਰੀ ਹੁੰਦਾ, ਅਸੀਂ ਇਨਫੋਰਮ ਕਰਤਾ। ਐਂਡ ਉਹਨਾਂ ਕੋਲ ਰਾਈਟ ਹੀ ਨਹੀਂ ਕਿ ਨਾ ਕਰ ਸਕਣ। ਇਲੀਗਲ ਹੈ, ਫਲਾਣਾ ਹੈ। ਤੁਸੀਂ ਇੱਕ ਪਰਿਵਾਰ ਨੂੰ ਬਚਾਉਣਾ, ਇੱਕ ਪਰਿਵਾਰ ਦੇ ਰਾਈਟਸ ਬਚਾਉਣੇ ਆ, ਤੁਸੀਂ ਅੱਧੋ ਵੱਧ ਸੀਟਾਂ ਕਰਨੀਆਂ, ਤੁਸੀਂ ਸਿੱਧਾ ਕਹਿ ਦਿਓ, ਸਿੱਧਾ ਕਹਿ ਦਿਓ ਕਿ ਅਸੀਂ ਪਰਿਵਾਰਵਾਦ ਪ੍ਰਮੋਟ ਕਰਨਾ ਪੰਜਾਬ ਦੀ, ਨਾਲੇ ਧਰਮ ਦੀ ਰਾਜਨੀਤੀ ਵੀ ਪ੍ਰਮੋਟ ਕਰਨੀ। ਮੈਂ ਚੰਨੀ ਸਾਹਿਬ ਕੋਲ ਜਾਣਾ, ਕਲੇਰ ਸਾਹਿਬ ਕੁਝ ਐਡ ਕਰਨਾ ਚਾਹ ਰਹੇ ਆ ਜੀ। ਮੈਂ ਦੋ ਗੱਲਾਂ ਹੈ ਬਾਬ ਗਰੇਵਾਲ ਸਾਹਿਬ ਨੂੰ ਜਵਾਬ ਦੇਣੀ ਚਾਹੁੰਦਾ, ਸਿਰਫ ਦੋ ਗੱਲਾਂ ਤੇ। ਦੇਖੋ, ਪਹਿਲੀ ਗੱਲ, ਗਰੇਵਾਲ ਸਾਹਿਬ ਕਹਿੰਦੇ ਜੀ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਪੈਰ ਲੋਕਾਂ ਦੇ ਵਿੱਚ ਤੁਰਿਆ ਫਿਰਦਾ ਹੈ। ਦੋ ਜਗ੍ਹਾ ਭਗਵੰਤ ਮਾਨ ਸਾਹਿਬ ਗਏ, ਦੋਏ ਜਗ੍ਹਾ ਲੋਕਾਂ ਨੇ, ਮੀਡੀਆ ਨੇ ਵੀ ਰਿਕਾਰਡ ਕੀਤਾ, ਲੋਕਾਂ ਨੇ ਇਹ ਗੱਲ ਕਹੀ ਸਾਹਿਬ ਮੇਰਾ ਜੀ। ਮੈਂ ਇੱਕ ਮਿੰਟ, ਮੇਰਾ ਟੈਕਨੀਕਲ ਵਾਲਾ ਪੁਆਇੰਟ ਬਰਾੜ ਸਾਹਿਬ ਇੱਕ ਮਿੰਟ ਡੀਰੇਲ ਹੋ ਜਾਏਗਾ। ਨਹੀਂ ਡੀਰੇਲ ਨਹੀਂ ਹੁੰਦਾ। ਤੁਸੀਂ ਬਰਾੜ ਸਾਹਿਬ ਇੱਕ ਮਿੰਟ ਜੀ, ਗੱਲ ਕਹਿਣ ਦਿਓ, ਸਾਨੂੰ ਵੀ ਕਹਿਣ ਦਿਓ। ਦੋਏ ਜਗ੍ਹਾ ਲੋਕਾਂ ਨੇ ਕਿਹਾ ਕਿ ਬਾਦਲ ਸਾਹਿਬ ਤੇ ਨਾਲੋਂ ਜ਼ਿਆਦਾ ਬਹਿੰਦੇ ਰਹੇ ਨੇ। ਔਰ ਦੂਜੀ ਗੱਲ ਕਰਦੇ ਫੈਡਰਲਿਜ਼ਮ ਦੀ, ਤਾਂ ਫਿਰ ਯੂਸੀਸੀ ਤੇ ਦੱਸੋ ਜੀ, ਇਨ ਪ੍ਰਿੰਸੀਪਲ ਕਿਵੇਂ ਨਹੀਂ? ਹੁਣ ਯੂਸੀ ਮੈਂ ਨਹੀਂ ਜਾਣਾ, ਇਹ ਫੈਡਰਲਿਜ਼ਮ ਦੀ ਗੱਲ ਕਰਦੇ ਫਿਰ ਯੂਸੀਸੀ ਕਿਵੇਂ ਸਪੋਰਟ ਕਰਦਾ? ਜਵਾਬ ਦਿਓ ਨਾ ਦੋਨੋਂ ਗੱਲਾਂ ਦਾ। ਮੈਂ ਨਹੀਂ ਗਰੇਵਾਲ ਸਾਹਿਬ, ਆਮ ਆਦਮੀ ਪਾਰਟੀ ਸਰਕਾਰ, ਪਲੀਜ਼ ਕਲੇਰ ਸਾਹਿਬ, ਨਹੀਂ ਤੁਸੀਂ ਏਦਾਂ, ਪਲੀਜ਼ ਮੇਰੀ ਰਿਕੁਐਸਟ ਹੈ, ਏਦਾਂ ਨਾ। ਉਹਨੂੰ ਆਪਾਂ ਇੱਕ ਵਾਰੀ ਟੈਕਨੀਕਲ ਵਾਲਾ ਪੁਆਇੰਟ ਘੱਟੋ ਘੱਟ ਕਲੀਅਰ ਤੇ ਕਰ ਲਈਏ ਨਾ ਜੀ। ਜੇ ਕੋਈ ਬੰਦਾ ਸੁਣਦਾ ਕਿ ਕੀ ਕਹਿ ਰਹੇ ਨੇ ਤਾਂ ਉਹਨੂੰ ਇਸ਼ੂ ਤੇ ਕਲੀਅਰ ਹੋਵੇ। ਚੰਨੀ ਸਾਹਿਬ, ਤੁਹਾਡਾ ਲੰਬਾ ਚੌੜਾ ਤਜਰਬਾ ਐਡਮਿਨਿਸਟ੍ਰੇਸ਼ਨ ਦਾ,
ਚਲੋ ਬੀਜੇਪੀ ਦੇ ਐਂਗਲ ਤੋਂ ਤੇ ਮੈਂ ਤੁਹਾਡਾ ਜਵਾਬ ਚਾਹਣਾ ਹੀ ਹੈ, ਪਰ ਜੇ ਤੁਸੀਂ ਜਿੰਨਾ ਐਡਮਿਨਿਸਟ੍ਰੇਸ਼ਨ ਦਾ ਤਜਰਬਾ ਹੈ ਬੀਇੰਗ IAS ਅਫੀਸਰ, ਉਸ ਨੂੰ ਤੁਸੀਂ ਕਿਸ ਲਿਹਾਜ਼ ਨਾਲ ਇਸ ਚੀਜ਼ ਨੂੰ ਡਿਫਾਈਨ ਕਰੋਗੇ ਜਿਹੜੀ ਗੱਲ ਗਰੇਵਾਲ ਸਾਹਿਬ ਕਹਿ ਰਹੇ ਨੇ, ਜਾਂ ਜਿਹੜੀ ਗੱਲ CM ਸਾਹਿਬ ਨੇ ਕਹੀ ਹੈ ਵੀ ਸੈਸ਼ਨ ਜੇ ਅਸੀਂ ਰੱਖ ਲਿਆ ਤੇ ਉਹਨੂੰ ਬੁਲਾ ਲਿਆ ਤਾਂ ਉਹਦੇ 'ਚ ਕੋਈ ਜ਼ਰੂਰਤ ਨਹੀਂ ਸੀ, ਪਹਿਲਾਂ ਵੀ ਇਹ ਹੁੰਦਾ ਰਿਹਾ? ਤੁਹਾਡੀ ਨੌਲੇਜ ਤੇ ਹੋਣਾ ਹੀ ਹੈ। ਦੇਖੋ ਵਿਜੇਪਾਲ, ਗੱਲ ਇਹ ਹੈਗੀ ਹੈ ਕਿ ਜਿਹੜਾ ਸੈਸ਼ਨ ਹੁੰਦਾ ਨਾ, ਇੱਕ ਤਾਂ ਜਿਵੇਂ ਬਹੁਤ ਟੈਂਪਰੇਰੀ ਆਪਾਂ ਅਡਜਰਨਮੈਂਟ ਹੁੰਦੀ ਹੈ ਜੀ, ਜਿਵੇਂ ਸਪੀਕਰ ਕਹਿੰਦਾ ਵੀ ਰੌਲਾ ਰੱਪਾ ਬਹੁਤ ਪੈ ਗਿਆ, ਸੈਸ਼ਨ ਜਿਹੜਾ ਸੈਸ਼ਨ ਹੈ ਅਡਜਰਨ ਕੀਤਾ ਜਾਂਦਾ, ਦੁਬਾਰਾ 2 ਵਜੇ ਮਿਲੇਗਾ, 3 ਵਜੇ ਮਿਲੇਗਾ, 4 ਵਜੇ ਮਿਲੇਗਾ, ਠੀਕ ਹੈ, ਰੌਲਾ ਰੱਪਾ ਪੈ ਜਾਂਦਾ। ਇੱਕ ਹੁੰਦਾ ਜਿਹੜਾ ਸੈਸ਼ਨ ਸਾਈਨੇਡਾਈ ਅਡਜਰਨ ਹੋ ਜਾਂਦਾ ਜੀ, ਉਹਦੀ ਡੇਟ ਨਹੀਂ ਦੱਸੀ ਜਾਂਦੀ ਔਰ ਉਹ ਕਿਸੇ ਵੀ ਵੇਲੇ ਸੈਸ਼ਨ ਦੁਬਾਰਾ ਬੁਲਾਇਆ ਜਾ ਸਕਦਾ, ਠੀਕ ਹੈ, ਉਹਦੇ ਤੇ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਹੁੰਦੀ। ਤੀਜਾ ਹੁੰਦਾ ਹੈ ਵੀ ਜਦੋਂ ਸੈਸ਼ਨ ਤੁਸੀਂ ਪ੍ਰੋਰੋਗ ਕਰ ਦਿੰਦੇ ਜੀ, ਉਹਦਾ ਮਤਲਬ ਹੁੰਦਾ ਵੀ ਉਹ ਸੈਸ਼ਨ ਜਿਹੜਾ ਹੈਗਾ ਉਹ ਖਤਮ ਹੋ ਗਿਆ, ਹੁਣ ਜਦੋਂ ਬੁਲਾਵਾਂਗੇ ਨਵਾਂ ਸੈਸ਼ਨ ਬੁਲਾਇਆ ਜਾਊ, ਠੀਕ ਹੈ। ਪਰ ਬਦਕਿਸਮਤੀ ਇਹ ਹੈਗੀ ਹੈ, ਤੁਸੀਂ ਦੇਖੋ ਕਦੇ ਹਿਸਟਰੀ ਕੋਈ ਬੰਦਾ ਮੈਨੂੰ ਇਹ ਪ੍ਰੂਵ ਕਰ ਦੇ ਕਿ ਜਿਹੜਾ ਬਜਟ ਸੈਸ਼ਨ ਹੈਗਾ ਉਹ ਕੰਟੀਨਿਊ ਕਰਦਾ ਜੂਨ ਤੱਕ। ਜਿਹੜੀ ਸਾਡੀ ਪ੍ਰਥਾ ਹੈਗੀ ਹੈ ਕਨਸਟੀਟਿਊਸ਼ਨ ਦੇ ਵਿੱਚ, ਉਹ ਹੈਗੀ ਹੈ ਇੱਕ ਬਜਟ ਸੈਸ਼ਨ, ਇੱਕ ਮੌਨਸੂਨ ਸੈਸ਼ਨ ਜਿਵੇਂ ਅੱਜ ਕੱਲ੍ਹ ਪਾਰਲੀਮੈਂਟ, ਲੋਕ ਸਭਾ, ਰਾਜ ਸਭਾ ਚੱਲ ਰਹੀ ਹੈ, ਇੱਕ ਹੁੰਦਾ ਵਿੰਟਰ ਸੈਸ਼ਨ, ਤੇ 6 ਮਹੀਨਿਆਂ ਦਾ ਵਕਫਾ, ਇੱਕ ਸੈਸ਼ਨ ਦੀ ਲਾਸਟ ਡੇਟ ਤੇ ਦੂਜੇ ਦੀ ਜਿਹੜੀ ਪਹਿਲੀ ਡੇਟ ਹੈ, ਉਹਦੇ 6 ਮਹੀਨੇ ਦਾ ਵਕਫਾ ਨਹੀਂ ਹੋ ਸਕਦਾ, ਠੀਕ ਹੈ। ਸੋ ਇਹ ਦੇਖੋ ਗੱਲ ਪਤਾ ਕੀ ਹੈ, ਮੈਨੂੰ ਕਹਿਣਾ ਨਹੀਂ ਚਾਹੀਦਾ, ਇੱਕ ਹੈਂਕੜ ਹੈ ਇਹਦੇ ਵਿੱਚ ਵੀ ਸਾਡੇ 92 MLA ਨੇ, ਤੇ ਇੱਕ ਹੈਗਾ ਵੀ ਪੜ੍ਹਾਈ ਲਿਖਾਈ ਦੇ ਵਿੱਚ ਕੋਈ ਬਹੁਤਾ ਲੰਮਾ ਚੌੜਾ ਵਿਸ਼ਵਾਸ ਨਹੀਂ ਕਰਦੇ। ਮੰਨ ਲਓ ਗਵਰਨਰ ਸਾਹਿਬ ਨੇ ਕਿਹਾ ਵੀ ਮੈਨੂੰ ਸੈਸ਼ਨ ਦੀ ਕੋਈ ਪ੍ਰੋਬਲਮ ਨਹੀਂ, ਮੈਨੂੰ ਏਜੰਡਾ ਦੱਸ ਦਿਓ। ਪਹਿਲਾਂ ਇਹਨਾਂ ਨੇ ਜਦੋਂ ਪਹਿਲਾ ਸੈਸ਼ਨ ਸੱਦਿਆ ਉਹਦੇ ਵਿੱਚ ਆਪਰੇਸ਼ਨ ਲੋਟਸ ਦੀ ਗੱਲ ਕੀਤੀ ਤੇ ਏਜੰਡਾ ਦਿੱਤਾ ਨਹੀਂ। ਦੂਜੀ ਵਾਰ ਉਹਨਾਂ ਨੇ ਕਿਹਾ ਮੈਨੂੰ ਏਜੰਡਾ ਦੇ ਦਿਓ 2 ਦਿਨ ਦਾ, ਉਹ ਏਜੰਡਾ ਨਹੀਂ ਦਿੱਤਾ, ਹਾਲਾਂਕਿ ਵਿਧਾਨ ਸਭਾ ਸੈਕਟਰੀਏਟ ਨੇ ਕਿਹਾ ਸੀ ਵੀ ਅਸੀਂ ਦੇਵਾਂਗੇ, ਦਿੱਤਾ ਨਹੀਂ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਆਪਾਂ ਕਿਸ ਬੰਦੇ ਤੋਂ ਕਿਹੜੀ ਗੱਲ ਲੁਕੋ ਰਹੇ। ਦੇਖੋ ਇੱਕ ਤਾਂ ਹੁੰਦੀ ਹੈ ਡੇ ਟੂ ਡੇ ਐਕਟੀਵਿਟੀਜ਼, ਉਹ ਤਾਂ ਇਹਨਾਂ ਨੇ ਫਿਰ ਕੀਤੀ ਨਹੀਂ, ਕੁਐਸਚਨ ਆ ਨਹੀਂ ਦਿੱਤਾ, ਕੋਈ ਡਿਬੇਟ ਨਹੀਂ ਕੀਤੀ, ਕੁਝ ਨਹੀਂ ਕੀਤਾ, ਸਿਰਫ ਏਜੰਡਾ ਸੀਗਾ ਵੀ SGPC ਐਕਟ ਤੇ 3 ਹੋਰ ਐਕਟ ਅਸੀਂ ਇਹ ਸਿਰੇ ਲਾਣੇ ਨੇ ਜਿਵੇਂ ਮਰਜ਼ੀ ਹੋ। ਚਲੋ ਜੇ ਤਾਂ ਤੁਹਾਡੇ ਤੱਕ ਮੁੱਕਦੇ ਆ ਤਾਂ ਕੋਈ ਗੱਲ ਨਹੀਂ, ਕਰ ਲਓ, ਪਰ ਜੇ ਤੁਹਾਨੂੰ ਉਹ ਜਿਹੜੇ ਬਿੱਲ ਤੁਸੀਂ ਅਪਰੂਵ ਕਰਨੇ ਆ ਵਿਧਾਨ ਸਭਾ ਨੇ, ਉਹ ਕਾਨੂੰਨ ਬਣਨਗੇ ਜਦੋਂ ਸਾਹਿਬ ਐਸੈਂਟ ਦੇਣਗੇ, ਤੇ ਫਿਰ ਉਸ ਜਿਸ ਬੰਦੇ ਤੋਂ ਤੁਸੀਂ ਐਸੈਂਟ ਲੈਣੀ ਹੈ, ਮਨਜ਼ੂਰੀ ਲੈਣੀ ਹੈ, ਤੇ ਉਹਦੇ ਕੋਲੋਂ ਕਿਸ ਗੱਲ ਦਾ ਪਰਦਾ ਰੱਖ ਕੇ ਤੇ ਐਡਾ ਵੱਡਾ ਬਵਾਲ ਕਿਉਂ ਮਤਲਬ ਅਸੀਂ ਬਣਨ ਦਿੱਤਾ? ਉਹ ਕਿ ਮਨਾ ਤਾਂ ਕਰਦੇ ਨਹੀਂ, ਉਹ ਤੁਸੀਂ ਕਹੋ ਵੀ ਸਾਡਾ ਆਹ ਏਜੰਡਾ ਹੈ, ਆਹ ਸਾਡੀ ਗੱਲਬਾਤ ਹੈ, ਫਿਰ ਅੱਛਾ ਜ਼ਿਆਦਾ ਹੋ ਵੀ ਅਸੀਂ ਉਹ ਤੋਂ ਲੁਕੋ ਕੇ ਰੱਖ ਸਕਦੇ ਹਾਂ, ਫਿਰ ਬਹੁਤ ਅੱਛੀ ਗੱਲ। ਪਰ ਜਦੋਂ ਹੁਣ ਬਿੱਲ ਵੀ 4 ਉੱਥੇ ਪਹੁੰਚਾ ਦਿੱਤੇ, ਮੈਨੂੰ ਇਹ ਗੱਲ ਦੀ ਇੰਨੀ ਲੰਬੀ ਚੌੜੀ ਦੀ ਸਮਝ ਨਹੀਂ ਆ ਰਹੀ ਕਿ ਆਨਰੇਬਲ ਚੀਫ ਮਿਨਿਸਟਰ ਕਿਹੜੀ ਗੱਲ ਕਰਕੇ ਇਹ ਇਦਾਂ ਦੀਆਂ ਜਿਹੜਾ ਚੰਨੀ ਸਾਹਿਬ, ਗਰੇਵਾਲ ਸਾਹਿਬ ਸਿੱਧਾ ਹੀ ਕਹਿ ਰਹੇ ਨੇ ਕਿ ਇਹ ਤੇ ਬੀਜੇਪੀ ਟੇਢੇ ਤਰੀਕੇ ਨਾਲ ਜਿਹੜਾ ਹੈ ਕੈਪਚਰ ਕਰਨ ਦੀ ਕੋਸ਼ਿਸ਼ ਕਰਦੀ ਹੈ ਸਰਕਾਰੀ ਤੰਤਰ ਨੂੰ। ਨਹੀਂ, ਗੱਲ ਇਹ ਹੈਗੀ ਹੈ ਵੀ ਇਹ 10 ਦਿਨ ਵਿੱਚ ਸਿੱਧਾ ਤਰੀਕਾ ਮੰਨ ਲਿਆ ਵੀ ਇਹਨਾਂ ਨੇ ਬਿੱਲ ਪਾਸ ਕਰਤੇ, ਆਪੇ ਉਹਨੂੰ ਕਾਨੂੰਨ ਬਣਾ ਦੇਣ, ਸਿੱਧਾ ਤਰੀਕਾ ਇਹ ਹੈ। ਮੈਂ ਤਾਂ ਇੱਕ ਬਹੁਤ ਨਿਊਟਰਲ ਔਰ ਇੰਪਾਰਸ਼ੀਅਲ ਗੱਲ ਕਰ ਰਿਹਾ ਕਿ ਜਦੋਂ ਤੁਹਾਨੂੰ ਗਵਰਨਰ ਸਾਹਿਬ ਕੋਲ ਜਾਣਾ ਹੀ ਪੈਣਾ ਹੈ ਜੀ, ਬਿੱਲ ਹੀ ਪਾਸ ਹੁੰਦੇ ਨਾ ਵਿਧਾਨ ਸਭਾ ਚ, ਲੈਜਿਸਲੇਸ਼ਨ ਦਾ ਕੰਮ ਹੁੰਦਾ, ਹੋਰ ਤਾਂ ਕੋਈ ਨਹੀਂ, ਤੇ ਫਿਰ ਤੁਸੀਂ ਉਹਦੇ ਤੋਂ ਕਿਸ ਚੀਜ਼ ਦਾ ਪਰਦਾ ਰੱਖ ਕੇ ਕਿਉਂ ਤੁਸੀਂ ਐਡਾ ਬਵਾਲ ਖੜਾ ਕੀਤਾ ਹੋਇਆ? ਪਹਿਲਾਂ ਦੱਸ ਦਿੰਦੇ ਵੀ ਸਾਡਾ ਆਹ ਏਜੰਡਾ, ਪਹਿਲਾਂ ਤਾਂ ਆਪਰੇਸ਼ਨ ਲੋਟਸ ਦੇ ਉਹਦੇ ਵੋਟਿੰਗ ਕਰਾਉਣੀ ਸੀ, ਹਾਲਾਂਕਿ 92 ਬੰਦਿਆਂ ਦੀ ਸਰਕਾਰ ਕੌਣ ਤੋੜ ਸਕਦਾ, ਕਦੋਂ ਟੁੱਟੇਗੀ? ਫਿਰ ਇਹਨਾਂ ਨੇ ਕਿਹਾ ਸਾਨੂੰ ਪੈਸੇ ਮਿਲ ਗਏ ਜੀ, ਸਾਨੂੰ ਆਹ ਹੋ ਗਿਆ ਜੀ, ਪ੍ਰੈਸ ਕਾਨਫਰੰਸ ਕੀਤੀ, MLA ਸਾਹਿਬਾਨਾਂ ਨੇ ਕਿਹਾ ਕਿੱਧਰ ਗਿਆ ਆਪਰੇਸ਼ਨ ਲੋਟਸ, ਕਿਹਨੂੰ ਪੈਸੇ ਮਿਲੇ, ਕਿੱਥੇ ਰੱਖੇ, ਕੀ ਕੀਤਾ ਉਹਨਾਂ ਪੈਸਿਆਂ ਦਾ, ਕਿਹਦੇ ਤੇ FIR ਰੱਦ ਹੋਈ, ਕੋਈ ਕੁਛ ਉਹ ਤੇ ਅਗਲੀ ਕਾਰਵਾਈ ਹੋਈ? ਮਤਲਬ ਡਰਾਮੇ ਨਾ ਕਰਨ, ਸਰਕਾਰ ਬਣੀ ਹੈ 5 ਸਾਲਾਂ ਵਾਸਤੇ, ਆਰਾਮ ਨਾਲ ਕੰਮ ਕਰਨ, ਜਿਹੜੀ ਸੰਵਿਧਾਨਕ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਪੂਰੀ ਕਰਨ। ਫਿਰ ਦੇਖੋ ਹੁਣ ਆਪਾਂ ਕਿਉਂ ਡਿਬੇਟ ਕਰ ਰਹੇ, ਕਿਉਂਕਿ ਇਹਦੇ ਵਿੱਚ 49-51 ਹੈ, ਜੇ ਇਹੀ ਇਹਨਾਂ ਦੀ 100 ਹੋਵੇ ਵੀ ਜਾਣ ਉੱਥੇ, ਚਲੋ ਮੰਨ ਲਓ ਚਿੱਠੀ ਲਿਖਣ ਵੀ ਅਸੀਂ ਆਹ ਜੀ ਆਹ ਪ੍ਰੋਰੋਗ ਕੀਤਾ ਸੀਗਾ ਤੇ ਆਹ ਅਸੀਂ ਸੈਸ਼ਨ ਅਸੀਂ ਐਕਸਟੈਂਸ਼ਨ ਨਹੀਂ ਹੈਗੀ ਉਹਦੀ, ਪਰ ਕਿਸੇ ਕੋਈ ਗੱਲ ਕਲੈਰਿਟੀ ਨਾਲ ਨਹੀਂ ਕਰਦੇ, ਧੱਕੇ ਨਾਲ ਕਰਨਾ ਚਾਹੁੰਦੇ। ਧੱਕੇ ਨਾਲ ਤਾਂ ਫਿਰ ਜੇ ਇਹਨਾਂ ਨੂੰ ਰਾਈਟ ਆ ਵੀ ਮੈਂ ਕਾਨੂੰਨ ਜਿਹੜੀ ਐਡਵਾਈਸ ਲਈ ਹੈ, ਤੇ ਫਿਰ ਗਵਰਨਰ ਸਾਹਿਬ ਨੂੰ ਵੀ ਰਾਈਟ ਆ, ਉਹ ਵੀ ਆਪਣੀ ਜਿੱਥੋਂ ਸਲਾਹ ਲੈਣਗੇ, ਕਿਉਂਕਿ ਇਹਦੇ ਵਿੱਚ ਮਸਲਾ ਜਿਹੜਾ ਹੈਗਾ ਕਾਨੂੰਨਾਂ ਦਾ ਬਾਅਦ ਚ, ਪਹਿਲਾਂ ਸੈਸ਼ਨ ਦਾ ਹੈਗਾ ਕਿ ਸੈਸ਼ਨ ਲੀਗਲ ਹੈ
ਕਿ ਇਲੀਗਲ ਹੈ, ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਵਿੱਚ ਬ੍ਰੀਚ ਆਫ ਲਾਅ ਐਂਡ ਪ੍ਰੋਸੀਜਰ ਹੈ। ਹੁਣ ਦੇਖਣਾ ਪਏਗਾ ਵੀ ਇਹ ਵਾਕਈ ਕਿਹੜਾ ਬੰਦਾ ਹੂਜ਼ ਰਾਈਟ, ਮੈਂ ਨਹੀਂ ਕਹਿੰਦਾ, ਪਰ ਇੱਕ ਅਸੀਂ ਇਹਨਾਂ ਨੇ ਗਵਰਨਰ ਸਾਹਿਬ ਨੂੰ ਵੀ ਮੌਕਾ ਦਿੱਤਾ ਕਿ ਜੀ ਤੁਸੀਂ ਇਹਦੇ ਤੇ ਕੁਐਸਚਨ ਮਾਰਕ ਕਰ ਸਕਦੇ ਆ, ਕਿਉਂਕਿ ਸਾਡਾ ਕੋਈ ਰਾਬਤਾ ਹੀ ਨਹੀਂ, ਸਾਡਾ ਕੋਈ ਲਿਖਤ ਪੜ੍ਹਤ ਨਹੀਂ ਹੈਗੀ, ਕੋਈ ਸਾਡੀ ਜਾਣਕਾਰੀ ਨਹੀਂ ਹੈਗੀ, ਕੋਈ ਸਾਡੀ ਦਿਆਨਤਦਾਰੀ ਨਹੀਂ, ਕੋਈ ਇਮਾਨਦਾਰੀ ਨਹੀਂ। ਗਰੇਵਾਲ ਸਾਹਿਬ ਤੋਂ ਜਵਾਬ ਲੈ ਲਿਆ, ਆਪ ਹੀ ਮੌਕਾ ਦਿੱਤਾ ਹੈ ਗਰੇਵਾਲ ਸਾਹਿਬ, ਚੰਨੀ ਜੀ ਜਿਵੇਂ ਕਹਿ ਰਹੇ ਹੈ। ਸਰ ਚੰਨੀ ਸਰ ਬਹੁਤ ਸਤਿਕਾਰਯੋਗ ਨੇ, ਇਹਨਾਂ ਬੜੇ ਓਨੈਸਟ ਨੇ। ਇਹਨਾਂ ਨੇ ਕਹਿਤਾ ਕਿ ਬਾਨੇ ਵਾਲੀ ਸਰਕਾਰ ਕੌਣ ਤੋਂ ਸਕਦਾ, ਨਹੀਂ ਤਾਂ ਮਹਾਰਾਸ਼ਟਰ ਚ ਮੱਧ ਪ੍ਰਦੇਸ਼ ਦਾ ਅਸੀਂ ਮਿੰਟ ਨਹੀਂ ਲਾਇਆ, ਅਸੀਂ ਤਾਂ ਮਿੰਟ ਨਹੀਂ ਲਾਇਆ। ਸਰ ਥੈਂਕ ਯੂ ਫॉर ਓਨੈਸਟੀ। ਰੁਕੋ ਸਰ, ਰੁਕੋ। ਮੋਰ ਇੰਪੋਰਟੈਂਟਲੀ 9ਵੀਂ ਦਾ ਸਿਵਿਕਸ ਦਾ ਲੈਸਨ ਇਹ ਕਹਿੰਦਾ ਹੈ ਕਿ ਜੇ ਗਵਰਨਰ ਜਾਂ ਪ੍ਰੈਜ਼ੀਡੈਂਟ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਪਾਸ ਕੀਤੀ ਲੈਜਿਸਲੇਸ਼ਨ ਨੂੰ ਅਪਰੂਵਲ ਦੇਣ ਨੂੰ ਟਾਈਮ ਲਾਉਂਦਾ ਹੈ, ਤੇ ਜਦੋਂ ਪਾਰਲੀਮੈਂਟ 2 ਵਾਰੀ ਉਹਨਾਂ ਕੋਲ ਜਿਹੜਾ ਸਟੈਂਡਰਡ ਪ੍ਰੋਸੀਜਰ ਹੈ ਉਹ ਪਾਸ ਮੰਨਿਆ ਜਾਏਗਾ। ਇਹ 9ਵੀਂ ਚ ਸਿਖਾਉਂਦੇ ਆਪਾਂ ਬੱਚਿਆਂ ਨੂੰ, 9th ਕਲਾਸ ਦੇ ਬੱਚਿਆਂ ਨੂੰ ਕਹਿੰਦੇ ਆ ਕਿ ਗਵਰਨਰ ਸਾਹਿਬ ਇੱਕ ਵਾਰੀ ਕਹਿ ਸਕਦੇ ਆ, ਪ੍ਰੈਜ਼ੀਡੈਂਟ ਸਾਹਿਬ ਇੱਕ ਵਾਰੀ ਕਹਿ ਸਕਦੇ। ਸਰ ਰੁਕੋ। ਦੂਜੀ ਗੱਲ ਸਰ, ਇੱਕ BBC ਤੇ ਸੀਰੀਅਲ ਆਉਂਦਾ ਸੀ ਛੋਟੇ ਹੁੰਦੇ, ਯੈਸ ਮਿਨਿਸਟਰ। ਉਹਦੇ 'ਚ ਇਹ ਹੁੰਦਾ ਕਿ ਇੰਨਾ ਕੁ ਭੰਬਲ ਪੂਸਾ ਰੂਲਸ ਦੇ ਕੇ ਬਿਊਰੋਕਰੇਟਸ ਪਾਈ ਜਾਂਦੇ ਆ, ਇਹ ਵੀ ਹੋ ਸਕਦਾ ਹੈ, ਨਹੀਂ ਹੋ ਸਕਦਾ। ਮੁੱਖ ਦੀ ਗੱਲ ਇਹ ਹੈ ਜੀ, ਭਾਰਤ ਇੱਕ ਲੋਕਤੰਤਰ ਹੈ ਜਿਹੜਾ ਸੰਵਿਧਾਨ ਤੇ ਚੱਲਦਾ। ਬੀਜੇਪੀ ਟੂ ਮੱਚ ਡੈਮੋਕ੍ਰੇਸੀ ਤੇ ਟੂ ਮੱਚ ਕਨਸਟੀਟਿਊਸ਼ਨ ਤੋਂ ਤੰਗ ਆ, ਸਾਨੂੰ ਪਤਾ, ਪਰ ਅਸੀਂ ਇਹ ਡੈਮੋਕ੍ਰੇਸੀ ਤੇ ਕਨਸਟੀਟਿਊਸ਼ਨ ਨੂੰ ਮੰਨਦੇ ਹਾਂ ਤੇ ਚੱਲਦੇ ਰੱਖਾਂਗੇ। ਪਹਿਲੀ ਗੱਲ, ਜਦੋਂ ਇੱਕ ਇਲੈਕਟਿਡ ਗਵਰਨਮੈਂਟ ਨੇ ਸੈਸ਼ਨ ਬੁਲਾਇਆ, ਇਲੈਕਟਿਡ ਗਵਰਨਮੈਂਟ ਨੇ ਲਾਅ ਪਾਸ ਕੀਤੀ, ਗਵਰਨਰ ਦਾ ਕੀ ਮਤਲਬ ਹੈ ਜੀ? ਗਵਰਨਰ ਮੈਨੂੰ ਇਹ ਸਮਝਾਓ, ਚਲੋ ਮੈਂ ਇੱਕ ਸੈਕਿੰਡ ਕੀ ਸਮਝਾਈਏ ਜੀ। ਮੈਂ ਅਮਨ ਤਲਵਾਰ ਜੀ ਐਡਵੋਕੇਟ ਨੇ, ਇੱਕ ਸੈਕਿੰਡ, ਅਮਨ ਤਲਵਾਰ ਜੀ ਐਡਵੋਕੇਟ ਨੇ, ਇਹਨਾਂ ਮਾਮਲਿਆਂ ਦੇ ਬਾਹਰ ਨੇ, ਸਾਡੇ ਨਾਲ ਜੁੜ ਗਏ ਆ ਲਾਈਵ। ਮੈਂ ਮਾੜਾ ਜਿਹਾ ਉਹਨਾਂ ਕੋਲ ਜਾਣਾ ਚਾਹੂੰਗਾ। ਜਿਹੜੀ ਗੱਲ ਹੋ ਰਹੀ ਹੈ ਤਲਵਾਰ ਸਾਹਿਬ, ਜੇ ਮੇਰੀ ਆਵਾਜ਼ ਠੀਕ ਮਿਲ ਪਾ ਰਹੀ ਹੈ ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਗਵਰਨਰ ਦੀ ਸਥਿਤੀ, ਗਵਰਨਰ ਦੀ ਐਗਜ਼ਿਸਟੈਂਸ, ਗਵਰਨਰ ਦੀਆਂ ਪਾਵਰਸ, ਜਿਸ ਨੂੰ ਲੈ ਕੇ ਗਰੇਵਾਲ ਸਾਹਿਬ ਨੇ ਸਵਾਲ ਚੱਕਿਆ ਵੀ ਸਰਕਾਰ ਜਿਹੜੀ ਚੁਣੀ ਹੋਈ ਹੈ ਉਹ ਚਲਾਉਂਦੀ ਹੈ, ਗਵਰਨਰ ਸਿਰਫ ਗਵਰਨਰ ਨੂੰ ਜਾਣਕਾਰੀ ਦੇਣ ਲਈ ਦੱਸਣਾ ਹੁੰਦਾ ਹੈ, ਕੋਈ ਜ਼ਰੂਰੀ ਨਹੀਂ ਹੈ ਕਿ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਸੈਸ਼ਨ ਨਹੀਂ ਬੁਲਾਇਆ ਜਾ ਸਕਦਾ। ਤੁਸੀਂ ਅਗਰ ਇਸ ਦੀ ਬਰੀਕੀ ਦੇ ਵਿੱਚ ਇਸ ਦੀਆਂ ਟੈਕਨੀਕੈਲਿਟੀਜ਼ ਨੂੰ ਜਾਣਦੇ ਹੋ ਤਾਂ ਮੈਂ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹੂੰਗਾ। ਦੇਖੋ, ਜਿਹੜੀ ਗਵਰਨਰ ਸਾਹਿਬ ਦੀ ਪੋਸਟ ਹੈ ਨਾ, ਉਹ ਸਾਡੀ ਕਨਸਟੀਟਿਊਸ਼ਨ 'ਚ ਇੱਕ ਬ੍ਰਿਜ ਹੈ ਯੂਨੀਅਨ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਦੇ ਵਿੱਚ। ਸਾਡੀ ਕਨਸਟੀਟਿਊਸ਼ਨ 'ਚ ਦੇयर इज ਬਾਈਫਰਕੇਸ਼ਨ ਆਫ ਪਾਵਰ। ਜਿਹੜੀ ਪਾਵਰ ਹੈ ਉਹ ਯੂਨੀਅਨ ਗਵਰਨਮੈਂਟ, ਸਟੇਟ ਗਵਰਨਮੈਂਟ, ਯੂਨੀਅਨ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰਸ 'ਚ ਡਿਵਾਈਡਡ ਹੈ। ਹੁਣ ਜਿਹੜਾ ਮੈਟਰ ਸਟੇਟ ਲੈਜਿਸਲੇਚਰ ਦੇ ਡੋਮੇਨ 'ਚ ਪੈਂਦਾ ਹੈ, ਜਦੋਂ ਸਟੇਟ ਲੈਜਿਸਲੇਚਰ ਉਹਦੇ ਤੇ ਲੈਜਿਸਲੇਟ ਕਰਕੇ ਇੱਕ ਲਾਅ ਗਵਰਨਰ ਸਾਹਿਬ ਕੋਲ ਜਾਂਦਾ ਹੈ ਜੀ, ਦੇਣ ਦੀਆਂ, ਉਸ ਨੂੰ ਪ੍ਰੈਜ਼ੀਡੈਂਟ ਸਾਹਿਬ ਨੂੰ ਫਾਰਵਰਡ ਕਰਨ ਦੀਆਂ, ਤੇ ਉਹਦੇ ਬਾਅਦ ਉਹਨਾਂ ਕਮੈਂਟਸ ਦੇ ਨਾਲ ਵਾਪਸ ਸਟੇਟ ਲੈਜਿਸਲੇਚਰ ਨੂੰ ਉਹ ਲਾਅ ਭੇਜਣ ਦੀਆਂ। ਸੈਕੰਡ ਟਾਈਮ ਜਦੋਂ ਸਟੇਟ ਲੈਜਿਸਲੇਚਰ ਵਾਪਸ ਭੇਜਦਾ ਹੈ, ਉਦੋਂ ਗਵਰਨਰ ਸਾਹਿਬ ਨੂੰ ਉੱਤੇ ਕੰਸੈਂਟ ਦੇਣੀ ਹੀ ਪੈਂਦੀ ਹੈ। ਜਿਹੜਾ ਮਨੀ ਬਿੱਲ ਹੈ ਉਹਦਾ ਪ੍ਰੋਸੀਜਰ ਥੋੜਾ ਡਿਫਰੈਂਟ ਹੈ, ਤੇ ਜਿਹੜੀ ਇਹ ਪਾਵਰਸ ਨੇ, ਇਹ ਪਾਵਰਸ ਬੜੀ ਬੋਨਾਫਾਈਡਲੀ ਯੂਜ਼ ਕਰਨ ਵਾਲੀਆਂ ਪਾਵਰਸ ਨੇ, ਬਿਕੋਜ਼ ਇਹ ਸਾਡੇ ਜਿਹੜਾ ਸਟਰਕਚਰ ਹੈ ਸਾਡੀ ਕਨਸਟੀਟਿਊਸ਼ਨ ਦਾ ਰਿਗਾਰਡਿੰਗ ਦਿਸ ਬਾਈਫਰਕੇਸ਼ਨ ਆਫ ਪਾਵਰ, ਉਹ ਸਟਰਕਚਰ ਨੂੰ ਪ੍ਰੀਜ਼ਰਵ ਕਰਦਾ ਹੈ। ਬਹੁਤ ਵਾਰੀ ਅਸੀਂ ਦੇਖਿਆ ਪਾਸਟ 'ਚ ਵੀ ਜਿਹੜੀ ਸਟੇਟ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚ ਜਦੋਂ ਫ੍ਰਿਕਸ਼ਨ ਆ ਜਾਂਦੀਆਂ ਨੇ, ਉਦੋਂ ਇਹ ਪ੍ਰੋਵੀਜ਼ਨਸ ਸਮੂਥਲੀ ਆਪਰੇਟ ਨਹੀਂ ਕਰਦੀਆਂ, ਤੇ ਉਹ ਸਿਚੁਏਸ਼ਨ ਨੂੰ ਬਚਾਉਣ ਵਾਸਤੇ ਦੋਨੋਂ ਸਟੇਟ ਗਵਰਨਮੈਂਟ ਵੀ ਤੇ ਸੈਂਟਰਲ ਗਵਰਨਮੈਂਟ ਵੀ ਤੇ ਗਵਰਨਰ ਸਾਹਿਬ ਦਾ ਆਫਿਸ ਵੀ ਹੈ ਜਿਹੜਾ, ਉਹਨਾਂ ਨੂੰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ। ਸਟੇਟ ਲੈਜਿਸਲੇਚਰ ਸਹੀ ਰੂਲ ਪਾਸ ਕਰੇ, ਗਲਤ ਰੂਲ ਪਾਸ ਕਰੇ, ਉਹ ਉਹਨਾਂ ਦਾ ਡੋਮੇਨ ਹੈ। ਜੇ ਕੋਈ ਅਗਰੀਵਡ ਹੈ, ਉਹ ਫਿਰ ਉਹਦੇ ਖਿਲਾਫ ਕਚਹਿਰੀਆਂ 'ਚ ਚਲੇ ਜਾਂਦਾ ਹੈ। ਪਰ ਇੱਕ ਲਾਅ ਜਦੋਂ ਸਟੇਟ ਲੈਜਿਸਲੇਚਰ ਨੇ ਪਾਸ ਕਰਤਾ, ਬਿਨਾਂ ਕਿਸੇ ਰੀਜ਼ਨ ਦੇ ਉਹਨੂੰ ਪੈਂਡਿੰਗ ਰੱਖਣਾ ਕਨਸਟੀਟਿਊਸ਼ਨਲੀ ਵੈਲਿਡ ਨਹੀਂ ਹੈ। ਜੇ ਕੋਈ ਵੈਲਿਡ ਕਨਸਟੀਟਿਊਸ਼ਨਲ ਰੀਜ਼ਨ ਹੈ, ਸਪੋਜ਼ ਉਹਨਾਂ ਨੇ ਆਪਣੀ ਪਾਵਰ ਤੋਂ ਬਾਹਰ ਹੀ ਲੈਜਿਸਲੇਟ ਕਰਤਾ ਹੈ, ਦੈਨ ਆਫ ਕੋਰਸ ਉਸ ਸਿਚੁਏਸ਼ਨ ਦੇ ਵਿੱਚ ਉਹ ਇਨਫੋਰਮੇਸ਼ਨ ਸਟੇਟ ਗਵਰਨਮੈਂਟ ਨੂੰ ਵਾਪਸ ਭੇਜਤੀ ਜਾਣੀ ਚਾਹੀਦੀ ਹੈ। ਤੇ ਔਰ ਇੱਥੇ ਤਲਵਾਰ ਸਾਹਿਬ ਜਿਸ ਤਰੀਕੇ ਨਾਲ ਗੱਲ ਹੋ ਰਹੀ ਹੈ ਸੈਸ਼ਨ ਬੁਲਾਏ ਜਾਣ ਦੀ, ਕਿ ਗਵਰਨਰ ਇਹ ਕਹਿ ਰਹੇ ਨੇ ਕਿ ਪਹਿਲਾਂ ਮੈਂ ਇਹਦੀ ਆਥੈਂਟਿਸਿਟੀ ਚੈੱਕ ਕਰਾਊਂਗਾ ਕਿ ਸੈਸ਼ਨ ਕਾਨੂੰਨੀ ਹੈ ਜਾਂ ਗੈਰ ਕਾਨੂੰਨੀ ਹੈ, ਔਰ ਸੀਐਮ ਸਾਹਿਬ ਕਹਿ ਰਹੇ ਨੇ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਗਵਰਨਰ ਸਾਹਿਬ ਨੂੰ ਪਤਾ ਹੀ ਨਹੀਂ ਕਿ ਸੈਸ਼ਨ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਸੀ। ਇਸ ਨੂੰ ਲੈ ਕੇ ਇੱਕ ਟਸਲ ਬਿਟਵੀਨ ਗਵਰਨਮੈਂਟ ਐਂਡ ਗਵਰਨਰ ਆਫਿਸ
ਸ਼ੁਰੂ ਹੋ ਚੁੱਕੀ ਹੈ। ਸੋ ਕੀ ਤੁਸੀਂ ਇਸ ਬਾਰੇ ਥੋੜਾ ਜਿਹਾ ਦੱਸ ਸਕਦੇ ਹੋ ਜਾਂ ਸਮਝਾ ਸਕਦੇ ਹੋ ਕਿ ਗਵਰਨਰ